ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਜਿਉ ਕਰ ਸੂਰਜ ਨਿਕਲਿਆ ਤਾਰੇ ਛਪੈ ਅੰਧੇਰ ਪਲੋਆ। ਧੰਨ ਵਾਹਿਗੁਰੂ ਸਾਹਿਬ ਜੀ। ਜਿਤ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ। ਮੰਦਾ ਮੂਲ ਨ ਕੀਜਈ ਦੇ ਲੰਮੀ ਨਦਰ ਨਿਹਾਲੀਐ। ਜਿਉ ਸਾਹਿਬ ਨਾਲ ਨ ਹਾਰੀਐ ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉਪਰ ਘਾਲੀਐ। ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉਪਰ ਘਾਲੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਦੀਨ ਦੁਨੀ ਦੇ ਪਾਤਸ਼ਾਹ ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਤਿਨਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਗੁਰੂ ਦੇ ਪਿਆਰ ਵਿੱਚ ਸੱਜ ਕੇ ਬੈਠੇ ਅਤ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਅਸੀਂ ਮਹਾਰਾਜ ਜੀ ਦੇ ਪਾਵਨ ਦਰਬਾਰ ਅੰਦਰ ਇਨ੍ਹਾਂ ਸ਼ਾਮਾਂ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਮੇਰੇ ਤੋਂ ਪਹਿਲਾਂ ਤੁਸੀਂ ਸਤਿਗੁਰੂ ਜੀ ਦੀ ਨਿਰਮਲ ਅੰਮ੍ਰਿਤਮਈ ਬਾਣੀ ਦੇ ਨਾਲ ਸਾਂਝ ਬਣਾਉਣ ਦਾ ਯਤਨ ਕਰ ਰਹੇ ਸੀ। ਹੁਣ ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ ਆਪ ਸਰਬੱਤ ਸੰਗਤ ਨਾਲ ਗੁਰਮਤਿ ਦੇ ਵਿਚਾਰ ਸਾਂਝੇ ਕਰਨ ਦਾ। ਅੱਜ ਜਿਸ ਪਾਵਨ ਪੌੜੀ ਦਾ ਪਾਠ ਮੈਂ ਆਪ ਸੰਗਤ ਨਾਲ ਸਾਂਝਾ ਕੀਤਾ ਹੈ, ਇਹ ਪਾਵਨ ਪੌੜੀ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੈ।
ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਅੰਦਰ ਆਸਾ ਜੀ ਕੀ ਵਾਰ ਹੇਠ 21 ਨੰਬਰ ਪੌੜੀ ਦੇ ਸਿਰਲੇਖ ਅਧੀਨ ਦਰਜ ਹੈ। ਜਗਤ ਪਿਤਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਅਸੀਂ ਥੋੜ੍ਹੇ ਦਿਨ ਪਹਿਲਾਂ ਪ੍ਰਕਾਸ਼ ਪੁਰਬ ਮਨਾ ਕੇ ਹਟੇ ਹਾਂ, ਮਹਾਰਾਜ ਦੀ ਮਨੁੱਖਤਾ ਨੂੰ ਬਹੁਤ ਵੱਡੀ ਇੱਕ ਦੇਣ ਹੈ। ਸਤਿਗੁਰੂ ਜੀ ਦਾ ਮਨੁੱਖਤਾ ਨੂੰ ਇੱਥੋਂ ਤੱਕ ਲੈ ਕੇ ਆਉਣ ਦਾ ਇੱਕ ਬਹੁਤ ਵੱਡਾ ਮਕਸਦ ਹੈ, ਮਨੋਰਥ ਹੈ। ਮਹਾਰਾਜ ਨੇ ਬੰਦੇ ਨੂੰ ਸਹੀ ਅਰਥਾਂ ਦੇ ਵਿੱਚ ਸਮਝਾਇਆ ਸੀ ਵੀ ਬੰਦੇ ਨੇ ਇਸ ਮਨੁੱਖਾ ਜ਼ਿੰਦਗੀ ਦੇ ਵਿੱਚ ਕਰਨਾ ਕੀ ਹੈ, ਇਹਦਾ ਕੰਮ ਕੀ ਹੋਣਾ ਚਾਹੀਦਾ ਹੈ। ਇਸ ਮਨੁੱਖਾ ਜੀਵਨ ਦੇ ਵਿੱਚ ਬੰਦੇ ਦਾ ਕਾਰ ਵਿਹਾਰ ਕਿਹੋ ਜਿਹਾ ਹੋਵੇ। ਸਤਿਗੁਰੂ ਨੇ ਆਪਣੇ ਪੂਰੇ ਜੀਵਨ ਦੇ ਵਿੱਚ, ਆਪਣੀ ਪੂਰੀ ਉਮਰ ਦੇ ਵਿੱਚ ਪ੍ਰਚਾਰ ਫੇਰੀਆਂ ਕਰਕੇ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲੇ। ਉਹਨਾਂ ਨੂੰ ਮਿਲ ਕੇ ਉਹਨਾਂ ਦੀ ਬੋਲੀ ਵਿੱਚ ਮਹਾਰਾਜ ਨੇ ਸਮਝਾਉਣ ਦਾ ਯਤਨ ਕੀਤਾ। ਉਹਨਾਂ ਨੂੰ ਮਿਲ ਕੇ ਉਹਨਾਂ ਦੀ ਭਾਸ਼ਾ ਵਿੱਚ ਸਮਝਾਇਆ ਵੀ ਅਸਲ ਵਿੱਚ ਧਰਮੀ ਕੌਣ ਹੁੰਦਾ ਹੈ, ਅਸਲ ਵਿੱਚ ਧਰਮ ਦੇ ਰਸਤੇ 'ਤੇ ਤੁਰਿਆ ਹੋਇਆ ਕੌਣ ਹੈ, ਅਸਲ ਵਿੱਚ ਧਰਮੀ ਕਿਸ ਬੰਦੇ ਨੂੰ ਕਿਹਾ ਜਾਂਦਾ ਹੈ। ਤੁਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਾਧ ਸੰਗਤ ਜੀਵਨ ਪੜ੍ਹ ਕੇ ਦੇਖਿਓ। ਮਹਾਰਾਜ ਨੇ ਜਿੰਨੀਆਂ ਵੀ ਪ੍ਰਚਾਰ ਫੇਰੀਆਂ ਕੀਤੀਆਂ, ਉਹਨਾਂ ਦਾ ਵੈਸੇ ਮੋਟੇ ਤੌਰ 'ਤੇ 3 ਪ੍ਰਚਾਰ ਫੇਰੀਆਂ ਦਾ ਸਤਿਗੁਰੂ ਜੀ ਦਾ ਸਾਨੂੰ ਜ਼ਿਕਰ ਮਿਲਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਪਣੇ ਘਰ ਤੋਂ ਚੱਲਦੇ ਨੇ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਦੀ ਉਮਰ ਵੀ ਕੋਈ ਬਹੁਤੀ ਵੱਡੀ ਨਹੀਂ ਸੀ। ਉਸ ਸਮੇਂ ਬੜੀ ਛੋਟੀ ਉਮਰ ਸੀ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਦੀ। ਉਸ ਵਕਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਮਾਤਾ ਤ੍ਰਿਪਤਾ ਜੀ, ਮਹਿਤਾ ਕਲਿਆਣ ਦਾਸ ਜੀ, ਉਹ ਵੀ ਵਡੇਰੀ ਉਮਰ ਦੇ ਹੋ ਚੁੱਕੇ ਸਨ। ਪਰ ਭਾਈ ਗੁਰਦਾਸ ਜੀ ਨੇ ਆਪਣੇ ਸ਼ਬਦਾਂ ਵਿੱਚ ਲਿਖਿਆ ਸੀ, ਚੜ੍ਹਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਧਰਤੀ ਨੂੰ ਸੋਧਣ ਦਾ ਟੀਚਾ ਮਿਥਿਆ ਤੇ ਉਸ ਟੀਚੇ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਘਰ ਤੋਂ ਚੱਲ ਪੈਂਦੇ ਨੇ। ਹੁਣ ਜਿਹੜੀ ਮੈਂ ਬੇਨਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ, ਸਤਿਗੁਰੂ ਜੀ ਨੇ ਜਿੰਨੀਆਂ ਵੀ ਪ੍ਰਚਾਰ ਫੇਰੀਆਂ ਕੀਤੀਆਂ, ਸਾਰੀਆਂ ਦੀਆਂ ਸਾਰੀਆਂ ਪ੍ਰਚਾਰ ਫੇਰੀਆਂ ਮਹਾਰਾਜ ਨੇ ਧਾਰਮਿਕ ਅਸਥਾਨਾਂ ਵੱਲ ਕੀਤੀਆਂ। ਸਾਰੀਆਂ ਤੁਸੀਂ ਵੇਖੋ, ਪਹਿਲੀ ਪ੍ਰਚਾਰ ਫੇਰੀ ਤੇ ਸਤਿਗੁਰੂ ਗਏ ਹਰਿਦੁਆਰ ਪਹੁੰਚੇ, ਮੱਕੇ ਦੀ ਧਰਤੀ ਤੇ ਤੀਜੀ ਪ੍ਰਚਾਰ ਫੇਰੀ ਦੌਰਾਨ ਪਹੁੰਚੇ, ਦੂਜੀ ਪ੍ਰਚਾਰ ਫੇਰੀ ਮਹਾਰਾਜ ਨੇ ਸਿੱਧਾ ਨਾਲ ਕੀਤੀ। 3 ਪ੍ਰਚਾਰ ਫੇਰੀਆਂ ਦਾ ਜ਼ਿਕਰ ਸਾਨੂੰ ਮੋਟੇ ਤੌਰ 'ਤੇ ਮਿਲਦਾ ਤੇ ਤਿੰਨੇ ਦੀਆਂ ਤਿੰਨੇ ਧਾਰਮਿਕ ਸਥਾਨਾਂ ਵਾਲੇ ਪਾਸੇ। ਹਰਿਦੁਆਰ ਗਏ ਤੇ ਉੱਥੇ ਵੀ ਪਾਂਡੇ ਜਿਹੜੇ ਸਨ ਉਹ ਲੋਕਾਂ ਨੂੰ ਧਰਮ ਦਾ ਉਪਦੇਸ਼ ਦਿੰਦੇ ਸਨ। ਹੁਣ ਇੱਕ ਸਵਾਲ ਪੈਦਾ ਹੁੰਦਾ ਹੈ, ਜੇ ਸਤਿਗੁਰੂ ਜੀ ਧਾਰਮਿਕ ਸਥਾਨਾਂ 'ਤੇ ਗਏ, ਕੀ ਧਾਰਮਿਕ ਸਥਾਨਾਂ 'ਤੇ ਵੀ ਧਰਮ ਦੀ ਲੋੜ ਹੁੰਦੀ ਹੈ? ਕੀ ਧਾਰਮਿਕ ਸਥਾਨ 'ਤੇ ਜਾ ਕੇ ਵੀ ਬੰਦੇ ਨੂੰ ਧਰਮ ਦੱਸਣਾ ਪੈਂਦਾ? ਸਤਿਗੁਰੂ ਹਰਿਦੁਆਰ ਜਾਂਦੇ ਨੇ, ਉੱਥੇ ਜਾ ਕੇ ਲੋਕਾਂ ਨੂੰ ਸਮਝਾਉਂਦੇ ਨੇ, ਪਾਣੀ ਤੁਸੀਂ ਕਿਉਂ ਦੇ ਰਹੇ ਹੋ? ਉਹ ਕਹਿੰਦੇ ਸੀ ਪਿਤਰਾਂ ਤੱਕ ਪਾਣੀ ਪਹੁੰਚਾ ਰਹੇ ਹਾਂ। ਤੇ ਸਤਿਗੁਰੂ ਜੀ ਨੇ ਸਮਝਾਇਆ ਪਾਣੀ ਇੱਦਾਂ ਨਹੀਂ ਪਹੁੰਚਦਾ। ਹੁਣ ਲੋਕ ਬੜੇ ਲੰਮੇ ਸਮੇਂ ਤੋਂ ਧਰਮ ਦਾ ਕਰਮ ਸਮਝ ਕੇ ਹੀ ਸਾਰਾ ਕੁਝ ਕਰ ਰਹੇ ਸਨ ਨਾ। ਕਿੰਨੇ ਲੰਮੇ ਸਮੇਂ ਤੋਂ ਲੋਕ ਇਸੇ ਚੀਜ਼ ਨੂੰ ਧਰਮ ਮੰਨ ਕੇ ਬੈਠੇ ਸਨ, ਪਰ ਮਹਾਰਾਜ ਨੇ ਸਮਝਾਇਆ ਇਹ ਧਰਮ ਨਹੀਂ ਹੈ। ਹੁਣ ਜਿਹੜੀ ਚੀਜ਼ ਬੰਦੇ ਦੇ ਮਨ 'ਤੇ ਸਦੀਆਂ ਪਹਿਲਾਂ ਘਰ ਕਰਕੇ ਬੈਠੀ ਹੋਵੇ, ਉਸ ਚੀਜ਼ ਨੂੰ ਤੁਸੀਂ ਅੰਦਾਜ਼ਾ ਲਾਓ ਛੱਡਣਾ ਕਿੰਨਾ ਔਖਾ ਹੋਏਗਾ, ਛੱਡਣਾ ਕਿੰਨਾ ਮੁਸ਼ਕਿਲ ਹੋਏਗਾ ਉਸ ਚੀਜ਼ ਨੂੰ। ਪਰ ਮਹਾਰਾਜ ਨੇ ਉਹਨਾਂ 'ਤੇ ਸੱਟ ਮਾਰੀ ਨਾ, ਸਮਝਾਇਆ ਵੀ ਅਸਲ ਵਿੱਚ ਧਰਮ ਆ ਨਹੀਂ ਹੈ। ਧਰਮ ਹੈ ਉਸ ਰੱਬ ਦੇ ਹੁਕਮ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ, ਉਸ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਰਹਿਣਾ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਇਹ ਹੈ ਅਸਲ ਦੇ ਵਿੱਚ ਧਰਮ।
ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਤੁਸੀਂ ਪੜ੍ਹ ਕੇ ਵੇਖ ਲਓ। ਸਤਿਗੁਰੂ ਜੀ ਨੇ ਇਹੋ ਜਿਹੀ ਪਿੱਤਰ ਪੂਜਾ ਦਾ ਖੰਡਨ ਵੀ ਕੀਤਾ ਹੈ। ਆਸਾ ਦੀ ਵਾਰ ਦੇ ਵਿੱਚ ਮਹਾਰਾਜ ਨੇ ਸਮਝਾਇਆ ਸੀ ਨਾ, ਜੇ ਮੁਹਾਕਾ ਘਰ ਮੋਹ ਹੈ ਘਰਮ ਪਿਤਰੀ ਦੇ ਅੱਗੇ ਵਸਤ ਸਿਝਾਣੀਐ, ਪਿਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੈ ਦੇ। ਹੇ ਨਾਨਕ, ਅੱਗੇ ਉਹੋ ਹੀ ਚੀਜ਼ ਮਿਲਦੀ ਹੈ ਜਿਹੜੀ ਬੰਦਾ ਇਸ ਮਨੁੱਖਾ ਜੀਵਨ ਦੇ ਵਿੱਚ ਕਮਾਉਂਦਾ ਹੈ। ਇਹਦਾ ਮਤਲਬ ਸਤਿਗੁਰੂ ਜਿੰਨੀਆਂ ਵੀ ਥਾਵਾਂ 'ਤੇ ਗਏ ਇੱਕੋ ਹੀ ਉਪਦੇਸ਼ ਦਿੰਦੇ ਰਹੇ, ਭਾਈ ਉਸ ਕਰਤੇ ਦੇ ਹੁਕਮ ਦੇ ਵਿੱਚ ਤੂੰ ਆਪਣੇ ਮਨੁੱਖਾ ਜੀਵਨ ਦੀ ਸੇਧ ਨੂੰ ਪਛਾਣਨਾ ਹੈ। ਜੇ ਮਹਾਰਾਜ ਕੌਡੇ ਰਾਖਸ਼ ਕੋਲ ਗਏ, ਕੌਡਾ ਕੀ ਕਰਦਾ ਸੀ? ਜੰਗਲ ਦੇ ਵਿੱਚ ਲੋਕਾਂ ਨੂੰ ਮਾਰਦਾ ਸੀ, ਵੱਢਦਾ ਸੀ, ਉਸ ਤੋਂ ਬਾਅਦ ਉਹਨਾਂ ਨੂੰ ਲੁੱਟਦਾ ਸੀ, ਆਪਣੇ ਪੇਟ ਦੀ ਪੂਰਤੀ ਕਰਦਾ ਸੀ। ਇਹ ਉਹਦਾ ਧਰਮ ਸੀ ਕੌਡੇ ਦਾ। ਤੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੌਡੇ ਰਾਖਸ਼ ਨੂੰ ਮਿਲੇ, ਸਤਿਗੁਰੂ ਨੇ ਆਖਿਆ ਜੀਵਨ ਇਕੱਲਾ ਖਾਣਾ ਪੀਣਾ ਨਹੀਂ, ਮਨੁੱਖ ਦੇ ਜੀਵਨ ਦਾ ਮਕਸਦ ਇਕੱਲਾ ਆਪਣੇ ਪੇਟ ਦੀ ਪੂਰਤੀ ਕਰਨਾ ਨਹੀਂ, ਇਸ ਜੀਵਨ ਦਾ ਮਕਸਦ ਬੜਾ ਵੱਡਾ ਹੈ। ਇਸ ਜੀਵਨ ਨੇ ਅੱਗੇ ਜਾ ਕੇ ਬਹੁਤ ਨੇਕ ਕੰਮ ਕਰਨੇ ਨੇ। ਸਤਿਗੁਰੂ ਨੇ ਬਾਣੀ ਵਿੱਚ ਵੀ ਲਿਖਿਆ ਹੈ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਬੰਦੇ ਨੇ ਆਪਣੇ ਜੀਵਨ ਦੇ ਵਿੱਚ ਖਾਣ ਪੀਣ ਹੱਸਣ ਤੇ ਸੌਣ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਖਚਤ ਹੋ ਕੇ ਤੇ ਰੱਬ ਨੂੰ ਵਿਸਾਰ ਬੈਠਾ ਤੇ ਮੌਤ ਨਿਸ਼ਚਿਤ ਹੈ। ਗੁਰੂ ਵਾਲੇ ਪਾਸੇ ਤੋਂ ਬੰਦਾ ਟੁੱਟ ਜਾਏਗਾ। ਜਗਤ ਪਿਤਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਦੋਂ ਭਾਈ ਗੁਰਦਾਸ ਜੀ ਆਪਣੀ ਨਜ਼ਰ ਨਾਲ ਵੇਖਦੇ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਦੋਂ ਸਤਿਗੁਰੂ ਦਾ ਜਨਮ ਇਸ ਧਰਤੀ 'ਤੇ ਹੁੰਦਾ ਹੈ ਤੇ ਕਹਿੰਦੇ ਧੁੰਦ ਪਸਰੀ ਸੀ ਤੇ ਮਹਾਰਾਜ ਦੇ ਜਨਮ ਨਾਲ ਧੁੰਦ ਸਾਰੀ ਖਤਮ ਹੋ ਗਈ। ਧੁੰਦ ਦਾ ਸਾਰੀ ਦਾ ਸਫਾਇਆ ਹੋ ਗਿਆ। ਹੋਇਆ ਕਿੱਦਾਂ? ਕਹਿੰਦੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੈ ਅੰਧੇਰ ਪਲੋਆ। ਰਾਤ ਦਾ ਹਨੇਰਾ ਹੋਵੇ, ਆਕਾਸ਼ ਵਿੱਚ ਤਾਰੇ ਚਮਕਦੇ ਨੇ, ਪਰ ਸੂਰਜ ਦੇ ਚੜ੍ਹਾਅ ਕਰਨ ਦੇ ਨਾਲ, ਸੂਰਜ ਦੇ ਚੜ੍ਹਨ ਦੇ ਨਾਲ ਆਕਾਸ਼ ਵਿੱਚੋਂ ਤਾਰੇ ਖਤਮ ਹੋ ਜਾਂਦੇ ਨੇ। ਕਹਿੰਦੇ ਜਿਸ ਵਕਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਇਸ ਧਰਤੀ 'ਤੇ ਹੁੰਦਾ ਹੈ ਤੇ ਜਿਹੜੇ ਆਕਾਸ਼ ਵਿੱਚ ਤਾਰਿਆਂ ਦੀ ਤਰ੍ਹਾਂ ਲੋਕ ਚਮਕ ਰਹੇ ਸਨ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਭਾਵ ਨੇ ਉਹਨਾਂ ਦੀ ਚਮਕ ਨੂੰ ਫਿੱਕਿਆਂ ਪਾ ਦਿੱਤਾ। ਫਿੱਕਿਆਂ ਨਹੀਂ ਪਾਇਆ, ਉਹਨਾਂ ਦੀ ਚਮਕ ਨੂੰ ਮਿਟਾ ਦਿੱਤਾ, ਖਤਮ ਕਰ ਦਿੱਤਾ ਉਹਨਾਂ ਦੀ ਚਮਕ ਨੂੰ। ਸੂਰਜ ਦੇ ਚੜ੍ਹਨ ਦੇ ਨਾਲ ਤਾਰਿਆਂ ਦੀ ਚਮਕ ਤਾਂ ਹੁੰਦੀ ਹੈ, ਪਰ ਸੂਰਜ ਦੇ ਪ੍ਰਭਾਵ ਦੇ ਸਾਹਮਣੇ ਤਾਰਿਆਂ ਦੀ ਚਮਕ ਫਿੱਕੀ ਪੈ ਜਾਂਦੀ ਹੈ। ਤੇ ਤੁਸੀਂ ਵੇਖ ਲਓ, ਮਹਾਰਾਜ ਤੋਂ ਪਹਿਲਾਂ ਕਿੰਨੇ ਲੋਕ ਆਪਣੇ ਆਪ ਨੂੰ ਧਰਮੀ ਹੋਣ ਦਾ ਦਾਅਵਾ ਕਰਨ ਵਾਲੇ ਇਸ ਦੁਨੀਆ 'ਤੇ ਆਏ, ਪਰ ਸਤਿਗੁਰੂ ਦੇ ਸਾਹਮਣੇ ਸਾਰੇ ਫਿੱਕੇ ਪੈ ਗਏ। ਜਦੋਂ ਸਤਿਗੁਰੂ ਜਗਨਨਾਥਪੁਰੀ ਦੀ ਧਰਤੀ 'ਤੇ ਸਾਧ ਸੰਗਤ ਜਾਂਦੇ ਨੇ ਨਾ, ਉਹ ਲੋਕ ਤਾਰਿਆਂ ਦੀ ਤਰ੍ਹਾਂ ਚਮਕ ਰਹੇ ਸਨ। ਉਹਨਾਂ ਲੋਕਾਂ ਦੀ ਚਮਕ ਬੜੀ ਸੀ। ਤੁਸੀਂ ਅੱਜ ਵੀ ਵੇਖੋ, ਜਗਨਨਾਥਪੁਰੀ ਦਾ ਮੰਦਿਰ ਭਾਰਤ ਵਿੱਚ ਬਹੁਤ ਅਮੀਰ ਮੰਦਿਰਾਂ ਦੇ ਵਿੱਚੋਂ ਇੱਕ ਮੰਦਿਰ ਮੰਨਿਆ ਜਾਂਦਾ ਹੈ। ਬੜਾ ਧਨ ਪਦਾਰਥ ਹੈ ਉੱਥੇ, ਬੜਾ ਪੈਸਾ ਹੈ ਉਸ ਜਗ੍ਹਾ 'ਤੇ। ਲੋਕ ਚਮਕ ਰਹੇ ਸਨ। ਉੱਥੇ ਭਗਵਾਨ ਦੀ ਇੱਕ ਮੂਰਤੀ ਬਣਾਈ ਸੀ, ਉਹਦੀਆਂ ਆਰਤੀਆਂ ਕੀਤੀਆਂ ਜਾ ਰਹੀਆਂ ਸਨ। ਲੋਕ ਭਗਵਾਨ ਨੂੰ ਪੂਜ ਰਹੇ ਸਨ। ਸਤਿਗੁਰੂ ਨੇ ਜਾ ਕੇ ਉੱਥੋਂ ਦੇ ਪਾਂਡਿਆਂ ਨੂੰ ਸਮਝਾਇਆ, ਤੁਸੀਂ ਕੀ ਕਰ ਰਹੇ ਹੋ? ਉਹ ਕਹਿੰਦੇ ਜਗਤ ਦਾ ਨਾਥ ਹੈ, ਇਹਨੇ ਪੂਰੀ ਸ੍ਰਿਸ਼ਟੀ ਨੂੰ ਥੰਮ ਕੇ ਰੱਖਿਆ ਹੋਇਆ, ਇਹਦੀ ਆਰਤੀ ਹੋ ਰਹੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਜਗਤ ਦੇ ਨਾਥ ਦੀ ਆਰਤੀ ਹੋ ਸਕਦੀ ਹੈ ਜਿਹੜਾ ਇੰਨਾ ਵੱਡਾ ਹੈ? ਸਵਾਲ ਹੈ ਨਾ। ਇੱਕ ਇੱਥੇ ਬੇਨਤੀ ਮੈਂ ਹੋਰ ਛੋਟੀ ਜਿਹੀ ਕਰਦਾ ਜਾਵਾਂ। ਗੁਰਮਤਿ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਮਹਾਰਾਜ ਨੇ ਸਵਾਲ ਜਵਾਬ ਕੀਤੇ ਨੇ, ਬਹੁਤ ਸਾਰੀਆਂ ਥਾਵਾਂ 'ਤੇ। ਤੁਸੀਂ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਲੜੀਵਾਰ ਪੜ੍ਹ ਕੇ ਵੇਖਣਾ, ਉਹਦੀ ਤਰਤੀਬ ਨੂੰ ਸਮਝਣਾ। ਕਈ ਵਾਰੀ ਸ਼ਬਦ ਵਿੱਚ ਇੱਕ ਰਹਾਉ ਦਾ ਬੰਦ ਆਉਂਦਾ ਹੈ ਤੇ ਉਸ ਤੋਂ ਬਾਅਦ ਦੂਜਾ ਰਹਾਉ ਦਾ ਬੰਦ ਆਉਂਦਾ। ਪਹਿਲੇ ਵਿੱਚ ਸਵਾਲ ਹੈ ਤੇ ਦੂਜੇ ਵਿੱਚ ਜਵਾਬ ਹੈ। ਜਦੋਂ ਅਸੀਂ ਸਾਧ ਸੰਗਤ ਇਤਿਹਾਸ ਨੂੰ ਵੇਖੀਏ ਤੇ ਮਹਾਰਾਜ ਨੇ ਤਰਕ ਵੀ ਥਾਂ ਥਾਂ 'ਤੇ ਕੀਤਾ। ਹੁਣ ਜਦੋਂ ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ, ਸਤਿਗੁਰੂ ਨੇ ਆਖਿਆ ਪਾਣੀ ਕਿਉਂ ਦੇ ਰਹੇ ਹੋ? ਤਰਕ ਹੈ ਨਾ। ਜਗਨਨਾਥਪੁਰੀ ਦੇ ਵਿੱਚ ਲੋਕ ਜਗਤ ਦੇ ਨਾਥ ਦੀ ਆਰਤੀ ਕਰ ਰਹੇ ਸਨ। ਉਹ ਕਹਿੰਦੇ ਸੀ ਜਗਤ ਦੇ ਨਾਥ ਦੀ ਆਰਤੀ ਹੋ ਰਹੀ ਹੈ। ਮਹਾਰਾਜ ਨੇ ਆਖਿਆ ਕਿਉਂ ਹੋ ਰਹੀ ਹੈ? ਤਰਕ ਹੈ ਨਾ। ਗੁਰਬਾਣੀ ਵਿੱਚ ਵੀ ਤਰਕ ਹੈ। ਕਈ ਵਾਰੀ ਅਸੀਂ ਇਹ ਸੋਚਦੇ ਹਾਂ ਸ਼ਾਇਦ ਧਰਮ ਦੀ ਦੁਨੀਆ ਵਿੱਚ ਤਰਕ ਦਾ ਕੋਈ ਥਾਂ ਨਹੀਂ। ਤਰਕ ਹੈ ਧਰਮ ਦੀ ਦੁਨੀਆ ਵਿੱਚ, ਪਰ ਕੋਈ ਤਰਕ ਨਹੀਂ ਹੈ, ਢੁੱਚਰ ਨਹੀਂ ਹੈ।
ਸਵਾਲ ਕਰਨ ਦਾ ਹੱਕ ਹੈ ਗੁਰਮਤਿ ਵਿੱਚ, ਪਰ ਸਵਾਲ ਹੀ ਹੋਵੇ। ਸਵਾਲ ਕਿਸੇ ਨੂੰ ਹਰਾਉਣ ਦੀ ਮਨਸ਼ਾ ਦੇ ਨਾਲ ਨਾ ਕੀਤਾ ਗਿਆ ਹੋਵੇ। ਸਿੱਧ ਗੋਸ਼ ਬਾਣੀ ਪੜ੍ਹ ਕੇ ਵੇਖ ਲਓ, ਸਿੱਧਾਂ ਦੇ ਕਿੱਡੇ ਕਮਾਲ ਦੇ ਸਵਾਲ ਸਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ। ਸਤਿਗੁਰੂ ਜੀ ਨੇ ਉਹਨਾਂ ਸਵਾਲਾਂ ਦੇ ਬਾਅਦ ਦਸਤੂਰ ਜਵਾਬ ਦਿੱਤੇ। ਮਹਾਰਾਜ ਨੇ ਸਮਝਾਇਆ ਉਹਨਾਂ ਨੂੰ। ਸਿੱਧਾਂ ਦੇ ਕੋਲ ਗਏ ਸਤਿਗੁਰੂ ਜੀ, ਅਤੇ ਸਿੱਧ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬੋਲ ਬਾਣੀ ਤੋਂ, ਉਹਨਾਂ ਦੀ ਲਿਆਕਤ ਤੋਂ, ਉਹਨਾਂ ਦੇ ਗਿਆਨ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ, ਸੋਚਿਆ ਇਹ ਕਿਤੇ ਬੱਚਾ ਸਾਡੇ ਪੰਥ ਵਿੱਚ ਆ ਜਾਵੇ ਅਤੇ ਸਾਡੇ ਪੰਥ ਨੂੰ ਚਾਰ ਚੰਦ ਲੱਗ ਜਾਣ, ਸਾਡਾ ਪੰਥ ਹੋਰ ਬੁਲੰਦੀਆਂ ਤੱਕ ਪਹੁੰਚ ਜਾਵੇ, ਸਾਡੇ ਪੰਥ ਦੀ ਜੈ ਜੈਕਾਰ ਹੋ ਜਾਵੇ। ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮਾਹੇ ਹਮਰਾ ਪੰਥ ਕਰੈ ਉਜਿਆਲਾ। ਖੱਪਰ ਦਿੱਤਾ ਨਾਥ ਜੀ ਪਾਣੀ ਪਾਰ ਲੈਵਣ ਉੱਠ ਚਾਲਾ, ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵਾਹਰ ਲਾਲਾ। ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲਿਆ ਗੁਰੂ ਦੀ ਝਾਲਾ। ਗੁਰੂ ਦੀ ਝਾਲ ਕੌਣ ਚੱਲ ਸਕਦਾ ਹੈ? ਗੁਰੂ ਦੇ ਪ੍ਰਭਾਵ ਦੇ ਸਾਹਮਣੇ ਵੀ ਕੋਈ ਬੰਦਾ ਟਿਕ ਸਕਦਾ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਨਨਾਥਪੁਰੀ ਦੀ ਧਰਤੀ 'ਤੇ ਪਹੁੰਚੇ। ਮਹਾਰਾਜ ਨੇ ਜਾ ਕੇ ਸਵਾਲ ਕੀਤਾ, ਜਗਤ ਦੇ ਨਾਥ ਦੀ ਆਰਤੀ ਹੋ ਸਕਦੀ? ਉਹ ਕਹਿੰਦੇ ਜੀ ਅਸੀਂ ਕਰ ਰਹੇ ਹਾਂ। ਅਤੇ ਉੱਥੇ ਮਹਾਰਾਜ ਨੇ ਇੱਕ ਸ਼ਬਦ ਉਚਾਰਿਆ, ਸਾਧ ਸੰਗਤ, ਜਿਹੜਾ ਅਸੀਂ ਹਰ ਰੋਜ਼ ਸੋਹਿਲਾ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ। ਸਤਿਗੁਰੂ ਨੇ ਸ਼ਬਦ ਉਚਾਰਿਆ, ਕਹਿਣ ਲੱਗੇ ਗਗਨ ਮੈਂ ਥਾਲ। ਕਹਿੰਦੇ ਆਓ ਤੁਹਾਨੂੰ ਸਮਝਾਵਾਂ ਰੱਬ ਦੀ ਆਰਤੀ ਕਿੱਦਾਂ ਹੁੰਦੀ ਹੈ। ਜਿਹੜੀ ਤੁਸੀਂ ਆਰਤੀ ਕਰਦੇ ਹੋ ਜਗਤ ਦੇ ਨਾਥ ਦੀ ਕਹਿ ਕੇ ਝੂਠੀ ਹੈ। ਆਓ ਤੁਹਾਨੂੰ ਸੱਚੀ ਆਰਤੀ ਦੇ ਬਾਰੇ ਮੈਂ ਦੱਸਾਂ ਵੀ ਰੱਬ ਦੀ ਆਰਤੀ ਕਿਸ ਤਰੀਕੇ ਨਾਲ ਹੋ ਰਹੀ ਹੈ। ਕਹਿੰਦੇ ਜਿਹੜਾ ਸਾਰਾ ਆਕਾਸ਼ ਹੈ ਇਹ ਮਾਨੋ ਗਗਨ ਹੈ, ਇਹ ਥਾਲ ਹੈ ਇੱਕ, ਸਾਰਾ ਗਗਨ ਰੂਪੀ ਆਕਾਸ਼ ਇਹ ਥਾਲ ਹੈ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਅਤੇ ਥਾਲ ਦੇ ਵਿੱਚ ਦੋ ਦੀਵੇ ਪਏ ਹੁੰਦੇ ਨੇ ਕਿਉਂਕਿ ਆਰਤੀ ਕੀਤੀ ਜਾਂਦੀ ਹੈ। ਸਤਿਗੁਰੂ ਕਹਿਣ ਲੱਗੇ ਇਸ ਥਾਲ ਦੇ ਵਿੱਚ ਦੋ ਦੀਵੇ ਪਏ ਨੇ, ਇੱਕ ਸੂਰਜ ਅਤੇ ਇੱਕ ਚੰਦਰਮਾ। ਉਹ ਦੀਵੇ ਜਗ ਰਹੇ ਨੇ। ਸੂਰਜ ਦਾ ਹਨੇਰਾ, ਸੂਰਜ ਤੋਂ ਬਾਅਦ ਹਨੇਰਾ ਆਉਂਦਾ ਹੈ ਅਤੇ ਉਹਦੇ ਵਿੱਚ ਚੰਦਰਮਾ ਆਪਣਾ ਪ੍ਰਕਾਸ਼ ਕਰਦਾ ਹੈ, ਅਤੇ ਚੰਦਰਮਾ ਤੋਂ ਬਾਅਦ ਫਿਰ ਸੂਰਜ ਆਪਣਾ ਪ੍ਰਕਾਸ਼ ਦਿੰਦਾ ਹੈ। ਸਤਿਗੁਰੂ ਕਹਿੰਦੇ ਨੇ ਦੋ ਦੀਵੇ ਨੇ ਇਸ ਥਾਲ ਦੇ ਵਿੱਚ ਪਏ। ਗਗਨ ਮੈਂ ਥਾਲ, ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਅਤੇ ਜਿੰਨੇ ਵੀ ਆਕਾਸ਼ ਦੇ ਵਿੱਚ ਤਾਰੇ ਵਿਖਾਈ ਦੇ ਰਹੇ ਨੇ ਇਹ ਮਾਨੋ ਉਸ ਥਾਲ ਦੇ ਵਿੱਚ ਪਏ ਹੋਏ ਮੋਤੀ ਨੇ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ। ਹਵਾ ਜਿਹੜੀ ਹਿਮਾਲਿਆ ਪਰਬਤ ਵਾਲੇ ਪਾਸੇ ਤੋਂ ਆ ਰਹੀ ਹੈ ਇਹ ਮਾਨੋ ਸੁਗੰਧੀਆਂ ਲੈ ਕੇ ਆ ਰਹੀ ਹੈ, ਅਤੇ ਇਸ ਹਵਾ ਦਾ ਚੌਰ 24 ਘੰਟੇ ਉਸ ਪਰਮਾਤਮਾ ਦੇ ਉੱਪਰ ਕੀਤਾ ਜਾ ਰਿਹਾ ਹੈ। ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਹੇ ਭਵ ਖੰਡਨ, ਹੇ ਰੱਬ ਜੀ, ਹੇ ਅਕਾਲ ਪੁਰਖ ਜੀ, ਤੁਹਾਡੀ ਆਰਤੀ ਨਹੀਂ ਕੀਤੀ ਜਾ ਸਕਦੀ। ਤੁਸੀਂ ਤੇ ਵਿਆਖਿਆ ਤੋਂ ਬਾਹਰ ਹੋ, ਤੁਸੀਂ ਤੇ ਕਥਨ ਤੋਂ ਬਾਹਰ ਹੋ। ਇਸੇ ਕਰਕੇ ਬਾਣੀ ਨੇ ਅਗੰਮ, ਅਗੋਚਰ, ਅਗਾਧ, ਬੋਧ ਇਹ ਤਰ੍ਹਾਂ ਦੇ ਸ਼ਬਦ ਰੱਬ ਜੀ ਦੇ ਬਾਰੇ ਵਰਤੇ ਨੇ। ਰੱਬ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਦੀ ਪਹੁੰਚ ਤੋਂ ਬੰਦੇ ਤੋਂ ਬਾਹਰ ਹੈ। ਇਹ ਨਹੀਂ ਵੀ ਕੋਈ ਬੰਦਾ ਹੱਥ ਲਾ ਕੇ ਰੱਬ ਨੂੰ ਟੱਚ ਕਰ ਸਕਦਾ, ਇਹ ਨਹੀਂ ਵੀ ਕੋਈ ਬੰਦਾ ਰੱਬ ਨੂੰ ਫੜ ਸਕਦਾ। ਰੱਬ ਇੱਦਾਂ ਦੀ ਕੋਈ ਚੀਜ਼ ਨਹੀਂ। ਇਸੇ ਕਰਕੇ ਮਹਾਰਾਜ ਨੇ ਆਖਿਆ ਸੀ ਨਾ, ਰੂਪ ਨ ਰੇਖ ਨ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ। ਇਹਨਾਂ ਤਿੰਨਾਂ ਗੁਣਾਂ ਤੋਂ ਵੱਖਰਾ ਹੈ। ਉਹਦਾ ਨਾ ਕੋਈ ਰੂਪ ਹੈ, ਨਾ ਕੋਈ ਰੇਖ ਹੈ, ਨਾ ਕੋਈ ਰੰਗ ਹੈ। ਅਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਬਾਣੀ ਵਿੱਚ ਲਿਖਿਆ ਸੀ, ਪਹੁਪ ਮੱਧ ਜਿਉਂ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਸ਼ਾਈ। ਆਓ ਦੁਨੀਆ ਦੇ ਲੋਕੋ ਤੁਹਾਨੂੰ ਰੱਬ ਦੀ ਪਰਿਭਾਸ਼ਾ ਬਾਰੇ ਮੈਂ ਦੱਸਾਂ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ, ਕਹਿੰਦੇ ਨੇ ਪਹੁਪ ਮੱਧ ਜਿਉਂ ਬਾਸ ਬਸਤ ਹੈ, ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ। ਬੰਦਾ ਮਹਿਸੂਸ ਕਰ ਸਕਦਾ ਉਸ ਸੁਗੰਧੀ ਨੂੰ, ਪਰ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਇਸ ਸੁਗੰਧੀ ਨੂੰ ਆਪਣੀ ਮੁੱਠੀ ਦੇ ਵਿੱਚ ਕੈਦ ਕਰ ਲਵਾਂ। ਇਹ ਬੰਦੇ ਦੇ ਵੱਸ ਤੋਂ ਬਾਹਰ ਹੈ। ਰੱਬ ਵੀ ਇਸੇ ਤਰੀਕੇ ਨਾਲ ਹੈ। ਰੱਬ ਇੱਕ ਅਜਿਹੀ ਸ਼ਕਤੀ ਹੈ ਜਿਹੜੀ ਬੰਦੇ ਦੀ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੈ। ਕੇਵਲ ਉਸ ਸ਼ਕਤੀ ਨੂੰ ਬੰਦਾ ਮਹਿਸੂਸ ਕਰ ਸਕਦਾ ਹੈ, ਉਸ ਸ਼ਕਤੀ ਨੂੰ ਕੇਵਲ ਬੰਦਾ ਮਾਣ ਸਕਦਾ। ਮੰਨ ਲਓ ਬੰਦਾ ਕਿਸੇ ਮੁਸੀਬਤ ਵਿੱਚ ਪਿਆ ਹੋਵੇ ਅਤੇ ਮੁਸੀਬਤ ਵਿੱਚ ਬੰਦਾ ਰੱਬ ਨੂੰ ਯਾਦ ਕਰਦਾ ਹੈ। ਵੈਸੇ ਬਹੁਤ ਹੀ ਵਾਰੀ ਸਾਧ ਸੰਗਤ ਰੱਬ ਨੂੰ ਯਾਦ ਵੀ ਮੁਸੀਬਤ ਵੇਲੇ ਕੀਤਾ ਜਾਂਦਾ ਹੈ। ਸੁੱਖ ਵੇਲੇ ਰੱਬ ਨੂੰ ਜਲਦੀ ਭੁਲਾ ਲੈਂਦਾ, ਕਿਉਂਕਿ ਮਨੁੱਖੀ ਮਨ ਹੈ ਨਾ, ਚੰਚਲ ਹੈ, ਇੱਕ ਥਾਂ ਤੋਂ ਦੂਜੀ ਥਾਂ 'ਤੇ ਬੜੀ ਛੇਤੀ ਦੌੜਦਾ ਹੈ। ਮਹਾਰਾਜ ਕਹਿੰਦੇ ਨੇ ਪਹੁਪ ਮੱਧ ਜਿਉਂ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਸ਼ਾਈ। ਜਿਵੇਂ ਸ਼ੀਸ਼ਾ ਹੈ, ਸ਼ੀਸ਼ੇ ਦੇ ਵਿੱਚ ਬੰਦਾ ਆਪਣੇ ਆਪ ਨੂੰ ਤੱਕਦਾ ਹੈ।
शीशे दे विच बंदा अपने आप नूं वेखदा है। महाराज कहते ने शीशे विचली परछावी वेखी जा सकती है पर फड़िया नहीं जा सकता। ये रब का दूजा रूप है। इस सारी कायनात नूं बंदा वेख सकता है पर इस सारी कायनात दे विच रब रहिंदा है पर इस कायनात विचों रब नूं बंदा फड़ नहीं सकता। एक होर उदाहरण महाराज ने गुरु ग्रंथ साहब जी की बाणी विच वरती। सतगुरु कहते ने रब इदां दी है, सगल बनस्पत मैं बैसंतर। आ हुण लकड़ लगी है साडे इत्थे आले दुआले सारियां थावां ते लकड़ है। लकड़ दे विच अग है पर लकड़ दे विच अग बंदा फड़ नहीं सकता। लकड़ विचों अग पैदा करनी होवे ते की करना पएगा, पहलां इहनूं अग दे नाल टच करना पएगा। उदां लकड़ विच अग है, तुसीं किसी बंदे नूं आखो इस लकड़ विच अग है, वो कहंदा विखाई तां दिंदी नहीं, पर लकड़ विचों अग प्रगट करन वास्ते की करना पएगा, इहनूं अग दे नाल छुआना पएगा, तां इहदे चों अग पैदा होएगी। सतगुरु कहंदे ने रब इस सृष्टि दे विच इसे तरीके नाल मौजूद है पर उहनूं प्रगट करन वास्ते बंदे नूं मेहनत करनी पैनी है। वो मेहनत काहदी है? जुबान नाल चंगा बोलना, ये मेहनत है रब नूं प्राप्त करन दी। अखां नाल चंगा वेखना, ये मेहनत है रब नूं प्राप्त करन दी। कन्नां नाल चंगा सुनना, ये मेहनत है रब नूं प्राप्त करन दी। हक सच दी कमाई करनी, ये मेहनत है रब नूं प्राप्त करन दी। ये सारा एक प्रोसीजर है। सतगुरु कहते ने सगल बनस्पत मैं बैसंतर, सगल दूध मैं घीआ। हुण दुध है, दुध विच घ्यो है पर इन्हां अखां नाल विखाई नहीं दिंदा। जे कोई बंदे नूं उदां तुसीं उहदे सामने किलो 2 किलो दुध लिया के रख दो तो आखो इह च घ्यो है, वो कहंदा मैनूं विखाई ते दिंदा नहीं। वो कहंदा दुध चों घ्यो इदां विखाई नहीं दिंदा। दुध चों घ्यो पैदा करना होवे उहनूं जाग लाउणी पएगी, दही बनाउणा पएगा, दही तो बाद मक्खण बनेगा तो मक्खण तो बाद उहदे चों घ्यो कढ़िया जाएगा। ये प्रोसीजर है एक। उहदे विच घ्यो तां हैगा पर अखां नाल विखाई नहीं दिंदा। महाराज कहंदे ने सगल बनस्पत मैं बैसंतर, सारी बनस्पति दे विच अग है पर विखाई नहीं दिंदी। सगल दूध मैं घीआ, सारे दुध विच घ्यो है पर विखाई नहीं दिंदा। महाराज नूं पुछिए फेर कहंदे रब भी इदां है। रब भी इस दुनिया दे विच इदां ही है। ऊच नीच मैं जोत समाणी, रब भी ऊच नीच हर एक थां ते वसिया होया, हर एक हिरदे विच रब है। जे तुसीं अज किसी दा हिरदा दिखाउंदे हो, तुसीं मता समझो मैं एक बंदे नूं दुखी कर रहा, तुसीं रब नूं परेशान कर रहे हो। तुसीं एक बंदे दे वास्ते सिरदर्दी का कारण बनदे हो ते तुसीं उहदे अंदर बैठे हुए रब नूं नाराज़ कर रहे हो, क्योंकि रब इस मनुखता दे विच रहिंदा है। इसे करके सतगुरु ने जिहड़े साध संगत सानूं सिद्धांत दिते सन, पहला पंगत ते पाछे संगत। महाराज ने आख्या सी कोई उच्चा नीवा नहीं इस दुनिया ते, सारे बंदे एक बराबर ने, सारे बंदे एक समान ने। जे बंदे एक समान ने क्योंकि जोत सारियां विच रब दी है। इसे करके सतगुरु ने आख्या सी ना, मानस की जात सभै एक है पहचान बो। वाहिगुरु अकाल पुरख एक है, सारियां दे विच इक्के दी सदा चलदी है। अवल अल्लाह नूर उपाया, कुदरत के सब बंदे एक नूर ते सब जग उपजया, कौन भले को मंदे। एक गल नूं साध संगत हमेशा ध्यान विच रखियो, किसी बंदे दा मन दुखा के कोई बंदा रब नूं खुश नहीं कर सकता। मैं फिर इस गल नूं दोहरा दियां, किसी बंदे दा मन दुखा के कोई बंदा रब नूं खुश नहीं कर सकता। एक बंदा वो है जिहड़ा घर विच अपने बजुर्गों की सेवा नहीं करता पर गुरुद्वारे आण के सेवा कर रहा है। एक बंदा वो है जिहड़ा घर विच किसी नूं चाह तक नहीं पिआउंदा, किसी नूं पानी तक नहीं पिआउंदा पर गुरुद्वारे आण के छबील दे विच बंदा सेवा कर रहा है। एक बंदा वो है जिहड़ा अपने घर तो कूड़ा करकट चुक के किसी दूजे के घर अगे सुट दिंदा, पर जदों पिंड दे विच शहर दे विच नगर कीर्तन होवे तो उहदे अगे झाड़ू फड़ के ते अगे अगे बंदा सेवा करता जांदा। ऐसी सेवा गुरमत विच प्रवान नहीं है, ऐसी सेवा गुरमत विच प्रवान नहीं है। सतगुरु ने आख्या सी सेवा वो है जिहड़ी सच्चे मन दे नाल कीती जावे। जदों गुरु अमरदास साहब सच्चे पातशाह महाराज गोइंदवाल साहब की धरती ते रहिंदे ने ते उन्हां दे दरबार दे विच भाई जेठा जी भी रहिंदे सन, जिन्हां दे माता पिता बड़ी छोटी उम्र दे विच चढ़ाई कर गए सन। एक सन भाई जेठा जी जिन्हां दा आनंद कारज बीबी भानी नाल होया सी। एक सन
ਭਾਈ ਰਾਮਾ ਜੀ, ਜਿਨ੍ਹਾਂ ਦਾ ਆਨੰਦ ਕਾਰਜ ਬੀਬੀ ਦਾਨੀ ਦੇ ਨਾਲ ਹੋਇਆ ਸੀ। ਹੁਣ ਸੇਵਾ ਦੀ ਪਰਿਭਾਸ਼ਾ ਨੂੰ ਤੱਕਣਾ ਹੋਵੇ ਤੇ ਭਾਈ ਜੇਠਾ ਦੀ ਮਿਸਾਲ ਸਾਡੇ ਸਾਹਮਣੇ ਹੈ। ਇਸੇ ਕਰਕੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਬਾਣੀ ਵਿੱਚ ਇਹ ਬੋਲ ਸਾਡੇ ਨਾਲ ਸਾਂਝੇ ਕੀਤੇ ਸਨ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਅਸੀਂ ਰੁਲਦੇ ਸਾਂ, ਸਤਿਗੁਰੂ ਸਾਨੂੰ ਕੋਈ ਨਹੀਂ ਸੀ ਪੁੱਛਦਾ। ਅਸੀਂ ਤਾਂ ਗਲੀਆਂ ਦੇ ਕੱਖਾਂ ਦੇ ਨਾਲ ਕਦੀ ਇੱਧਰ ਨੂੰ ਧੱਕੇ ਖਾ ਰਹੇ ਸਾਂ, ਕਦੀ ਇੱਧਰ ਨੂੰ ਧੱਕੇ ਖਾ ਰਹੇ ਸਾਂ। ਪਰ ਜਦੋਂ ਗੁਰੂ ਦੀ ਸੰਗਤ ਮਿਲੀ, ਮਹਾਰਾਜ ਕਹਿੰਦੇ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅਸੀਂ ਕੀੜਿਆਂ ਵਰਗੇ ਸਾਂ। ਜਦੋਂ ਗੁਰੂ ਦੀ ਸੰਗਤ ਨਾਲ ਆਣ ਕੇ ਮਿਲੇ ਤੇ ਸਾਨੂੰ ਸਤਿਗੁਰੂ ਨੇ ਬਾਦਸ਼ਾਹੀਆਂ ਤੱਕ ਥਾਪ ਦਿੱਤਾ। ਤੇ ਤੁਸੀਂ ਅੰਦਾਜ਼ਾ ਲਾਓ ਗੁਰੂ ਨੂੰ ਮਿਲਣ ਦਾ ਕਿੱਡਾ ਵੱਡਾ ਮਹੱਤਵ ਹੈ ਜ਼ਿੰਦਗੀ ਵਿੱਚ। ਉਹ ਭਾਈ ਜੇਠਾ ਜਿਹੜਾ ਬਹੁਤ ਛੋਟੀ ਉਮਰ ਦੇ ਵਿੱਚ ਮਾਤਾ ਪਿਤਾ ਦਾ ਸਾਇਆ ਜਿਹਦੇ ਸਿਰ ਤੋਂ ਉੱਠ ਗਿਆ ਸੀ, ਨਾਨੀ ਦੇ ਨਾਲ ਬਾਸਰਕੇ ਪਿੰਡ ਵਿੱਚ ਆ ਗਏ ਸਨ। ਤੇ ਬਾਸਰਕੇ ਪਿੰਡ ਦੇ ਵਿੱਚ ਹੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੋਂ ਦੇ ਰਹਿਣ ਵਾਲੇ ਸਨ। ਇਸ ਪਿੰਡ ਵਿੱਚ ਉਹਨਾਂ ਦਾ ਮਿਲਾਪ ਭਾਈ ਜੇਠਾ ਜੀ ਨਾਲ ਹੋਇਆ। ਤੇ ਭਾਈ ਜੇਠਾ ਜੀ ਛੋਟੀ ਉਮਰ ਦੇ ਵਿੱਚ ਘੁੰਗਣੀਆਂ ਵੇਚ ਕੇ ਤੇ ਆਪਣੇ ਪੇਟ ਦੀ ਪੂਰਤੀ ਕਰਦੇ ਸਨ। ਇੱਥੋਂ ਤੱਕ ਗਰੀਬੀ ਸੀ ਉਹਨਾਂ ਦੇ ਘਰ ਵਿੱਚ। ਤੇ ਅੱਜ ਤੱਕ ਉਹ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘਰ, ਦੁਨੀਆ 'ਤੇ ਕੋਈ ਐਸਾ ਦਰ ਨਹੀਂ ਹੋਏਗਾ, ਦੁਨੀਆ 'ਤੇ ਕੋਈ ਐਸਾ ਘਰ ਨਹੀਂ ਹੋਏਗਾ ਜਿੱਥੇ ਕੋਈ ਨਾ ਕੋਈ ਕਦੀ ਨਾ ਕਦੀ ਕੋਈ ਜੀਵ ਭੁੱਖਾ ਨਾ ਸੁੱਤਾ ਹੋਵੇ। ਪਰ ਗੁਰੂ ਰਾਮਦਾਸ ਦਾ ਦਰ ਇੱਕ ਇਹੋ ਜਿਹਾ ਦਰ ਹੈ ਜਿੱਥੋਂ ਅੱਜ ਤੱਕ ਕੋਈ ਬੰਦਾ ਭੁੱਖਾ ਨਹੀਂ ਗਿਆ। ਇਹ ਵਡਿਆਈ ਹੈ ਗੁਰੂ ਘਰ ਦੀ। ਸਤਿਗੁਰੂ ਨੇ ਸਾਨੂੰ ਸਾਰਿਆਂ ਨੂੰ ਇੱਕ ਬਰਾਬਰ 'ਤੇ ਬਿਠਾਇਆ ਸੀ। ਕਦੀ ਉਹ ਵੇਲਾ ਸੀ ਜਦੋਂ 2 ਵਕਤ ਦੀ ਰੋਟੀ ਤੱਕ ਨਹੀਂ ਸੀ ਨਸੀਬ ਹੁੰਦੀ। ਕਦੀ ਉਹ ਵੇਲਾ ਸੀ ਜਿੱਦਣ ਘੁੰਗਣੀਆਂ ਵੇਚ ਕੇ ਉਹਨਾਂ ਨੂੰ ਗੁਜ਼ਾਰਾ ਕਰਨਾ ਪੈਂਦਾ ਸੀ। ਜੇ ਤਾਂ ਕੁਝ ਵਿਕ ਜਾਏ ਤੇ ਸ਼ਾਮ ਨੂੰ ਕੁਝ ਖਾਣ ਵਾਸਤੇ ਆ ਜਾਂਦਾ ਸੀ। ਜਿੱਦਣ ਕੁਝ ਨਹੀਂ ਸੀ ਵਿਕਦਾ ਤੇ ਰਾਤ ਨੂੰ ਪਾਣੀ ਪੀ ਕੇ ਸੌਣਾ ਪੈਂਦਾ ਸੀ। ਇੱਥੋਂ ਤੱਕ ਹਾਲਾਤ ਸਨ। ਤੇ ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਦੁਨੀਆ ਦਾ ਐਸਾ ਦਰ ਹੈ ਜਿੱਥੇ ਅੱਜ ਤੱਕ ਕੋਈ ਬੰਦਾ ਭੁੱਖਾ ਨਹੀਂ ਸੁੱਤਾ। ਤੇ ਅੱਜ ਤੱਕ ਕਿਸੇ ਲੋੜਵੰਦ ਬੰਦੇ ਨੇ ਪ੍ਰਸ਼ਾਦਾ ਛਕਣ ਵਾਸਤੇ ਉੱਥੇ ਆਇਆ ਹੋਵੇ ਤੇ ਉਹਨੂੰ ਖਾਲੀ ਨਹੀਂ ਜਾਣ ਦਿੱਤਾ, ਉਹਦੀਆਂ ਝੋਲੀਆਂ ਭਰ ਕੇ ਦਿੱਤੀਆਂ ਨੇ। ਇਹ ਵਡਿਆਈ ਹੈ ਗੁਰੂ ਘਰ ਦੀ। ਇਹ ਸਾਡੇ ਇਤਿਹਾਸ ਦਾ ਸੁਨਹਿਰੀ ਪੱਖ ਹੈ ਜਿਹਦੇ 'ਤੇ ਅਸੀਂ ਮਾਣ ਕਰਨਾ ਸੀ। ਅੱਜ ਤੁਸੀਂ ਵੇਖਿਆ ਨਾ ਪੰਜਾਬ ਦੀ ਧਰਤੀ 'ਤੇ ਇੱਕ ਅੱਜ ਉਹ ਵੀ ਟੋਲਾ ਫਿਰ ਰਿਹਾ ਹੈ ਜਿਹੜਾ ਲੋਕਾਂ ਨੂੰ ਲਾਲਚਾਂ ਦੇ ਵਿੱਚ ਪਾ ਕੇ ਤੇ ਆਪਣੇ ਧਰਮ ਦੇ ਵਿੱਚ ਪ੍ਰਵੇਸ਼ ਕਰਵਾਇਆ ਜਾ ਰਿਹਾ ਵੀ ਤੁਸੀਂ ਸਾਡੇ ਧਰਮ ਦੇ ਵਿੱਚ ਆਓ, ਤੁਹਾਡੀਆਂ ਬਿਮਾਰੀਆਂ ਕੱਟੀਆਂ ਜਾਣਗੀਆਂ, ਤੁਹਾਡੇ ਦੁੱਖ ਦੂਰ ਕੀਤੇ ਜਾਣਗੇ। ਅੱਜ ਹੋ ਰਿਹਾ ਪੰਜਾਬ ਦੀ ਧਰਤੀ 'ਤੇ। ਸਾਡੇ ਬਹੁਤ ਸਾਰੇ ਨੌਜਵਾਨ ਇਸ ਗਫਲਤ ਦੀ ਨੀਂਦ ਵਿੱਚ ਸੁੱਤੇ ਨੇ ਤੇ ਲਗਾਤਾਰ ਗੁੰਮਰਾਹ ਹੋ ਰਹੇ ਨੇ। ਮੈਂ ਇਸ ਕਰਕੇ ਤੁਹਾਡੇ ਨਾਲ ਸਾਧ ਸੰਗਤ 'ਤੇ ਬੇਨਤੀ ਸਾਂਝੀ ਕਰ ਰਿਹਾ ਕਿਉਂਕਿ ਇਹ ਗੱਲਾਂ ਅੱਜ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਨੇ। ਇਹਨਾਂ ਗੱਲਾਂ ਦੇ ਨਾਲ ਅੱਜ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਮੈਂ ਬਹੁਤ ਵਾਰ ਬੇਨਤੀ ਕਰਦਾ ਵੀ ਹੁੰਦਾ ਸਟੇਜ ਤੋਂ ਵੀ ਤੁਸੀਂ ਲਾਲਚੀ ਬੰਦਿਆਂ ਦੇ ਏਡੇ ਵੱਡੇ ਇਕੱਠ ਨੂੰ ਇਕੱਠੀਆਂ ਕਰਕੇ ਤੁਸੀਂ ਉਹਨਾਂ ਨੂੰ ਕਦੀ ਧਰਮੀ ਨਹੀਂ ਬਣਾ ਸਕਦੇ। ਅੱਜ ਤੁਸੀਂ ਲਾਲਚ ਦਿੱਤਾ ਹੈ, ਕੱਲ੍ਹ ਨੂੰ ਕੋਈ ਤੁਹਾਡੇ ਤੋਂ ਵੱਡਾ ਲਾਲਚ ਇਹਨਾਂ ਨੂੰ ਹੋਰ ਕੋਈ ਦੇ ਦੇਗਾ, ਇਹ ਉਸ ਪਾਸੇ ਵੱਲ ਚਲੇ ਜਾਣਗੇ। ਲਾਲਚੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ। ਲਾਲਚੀ ਬੰਦੇ ਨੂੰ ਜਿਹੜੇ ਪਾਸਿਓਂ ਉਹਦੇ ਲਾਲਚ ਦੀ ਪੂਰਤੀ ਹੁੰਦੀ ਹੈ ਉਹਦਾ ਉਹੋ ਹੀ ਧਰਮ ਹੈ। ਲਾਲਚੀ ਬੰਦੇ ਦਾ ਧਰਮ ਹੀ ਲਾਲਚ ਬਣ ਜਾਂਦਾ ਹੈ। ਪਰ ਇਹ ਵਡਿਆਈ ਸੀ ਸਾਨੂੰ, ਇਹ ਮਾਣ ਸੀ ਸਾਨੂੰ। ਸਾਡੇ ਗੁਰੂ ਸਾਹਿਬ ਨੇ ਸਾਨੂੰ ਉਹ ਸਿਧਾਂਤ ਦਿੱਤੇ ਸਨ ਜਿਨ੍ਹਾਂ ਸਿਧਾਂਤਾਂ ਨੂੰ ਅਸੀਂ ਆਪਣੇ ਅਮਲੀ ਤੌਰ 'ਤੇ ਲਾਗੂ ਕਰਨਾ ਸੀ। ਹੁਣ ਜਿਹੜੀ ਮੈਂ ਗੱਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਰ ਰਿਹਾ ਕਿਉਂਕਿ ਥੋੜ੍ਹੇ ਦਿਨ ਪਹਿਲਾਂ ਉਹਨਾਂ ਦਾ ਪ੍ਰਕਾਸ਼ ਪੁਰਬ ਲੰਘ ਕੇ ਹਟਿਆ ਹੈ ਤੇ ਅਸੀਂ ਬੜੀ ਧੂਮ-ਧਾਮ ਨਾਲ ਮਨਾਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਸਮਝਾਇਆ, ਸਿੱਧੇ ਰਾਹ 'ਤੇ ਪਾਇਆ। ਉਹਨਾਂ ਦੇ ਜੀਵਨ ਨੇ ਕੌਡੇ ਵਰਗੇ ਨੂੰ ਬਦਲਿਆ। ਉਹਨਾਂ ਦੇ ਜੀਵਨ ਨੇ ਸੱਜਣ ਵਰਗਿਆਂ ਨੂੰ ਬਦਲਿਆ, ਜਿਹਨੂੰ ਲੋਕ ਸੱਜਣ ਠੱਗ ਕਹਿੰਦੇ ਸਨ, ਉਹਨਾਂ ਨੂੰ ਬਦਲਿਆ। ਉਹਨਾਂ ਦੇ ਜੀਵਨ ਨੇ ਬੜੇ ਬਲੀ ਕੰਧਾਰੀ, ਗੁੱਸੇ ਨਾਲ ਭਰੇ, ਕ੍ਰੋਧ ਨਾਲ ਭਰੇ ਹੋਏ। ਪਰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਹਨਾਂ ਨੂੰ ਦਰਸ਼ਨ ਦਿਦਾਰੇ ਪ੍ਰਾਪਤ ਹੋਏ ਤੇ ਕ੍ਰੋਧ ਇੱਕਦਮ ਮੋਮ ਦੀ ਤਰ੍ਹਾਂ ਢਲ ਗਿਆ ਤੇ ਬਲੀ ਕੰਧਾਰੀ ਵਰਗੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਬਣ ਗਏ। ਤੇ ਇੰਨੀ ਵਡਿਆਈ ਸਤਿਗੁਰੂ ਦੀ। ਮਹਾਰਾਜ ਮੱਕੇ ਦੀ ਧਰਤੀ 'ਤੇ ਗਏ ਤੇ ਮੱਕੇ ਦੀ ਧਰਤੀ 'ਤੇ ਕਾਜੀ ਇਕੱਠੇ ਹੋ ਕੇ ਲੋਕਾਂ ਨੂੰ ਪੁੱਛਦੇ ਸਨ, ਦੱਸੋ ਤੁਹਾਡੇ ਮੁਤਾਬਕ ਕਿਹੜਾ ਧਰਮ ਵੱਡਾ ਹੈ? ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਵਾਬ ਦਿੱਤਾ, ਨਾ ਹਿੰਦੂ ਵੱਡਾ ਹੈ ਨਾ ਮੁਸਲਮਾਨ ਵੱਡੇ ਨੇ, ਬੰਦੇ ਦੇ ਕਰਮ ਸਭ ਤੋਂ ਵੱਡੇ ਨੇ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਢੋਈ, ਕੱਚਾ ਰੰਗ ਕੁਸੁੰਭ ਕਾ ਪਾਣੀ ਧੋਤਾ ਥਿਰ ਨਰ ਹੋਈ, ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਂ ਖਲੋਈ।
ਤੇ ਭਾਈ ਗੁਰਦਾਸ ਜੀ ਨੇ ਅਖੀਰਲੀ ਪੰਕਤੀ ਵਿੱਚ ਲਿਖਿਆ, ਕਹਿੰਦੇ ਰਾਹ ਸ਼ੈਤਾਨੀ ਦੁਨੀਆ ਗੋਈ। ਦੁਨੀਆ ਸ਼ੈਤਾਨ ਦੇ ਰਾਹ 'ਤੇ ਜਾ ਰਹੀ ਹੈ। ਇੱਥੇ ਨਾ ਹਿੰਦੂ ਵੱਡਾ ਹੈ, ਨਾ ਮੁਸਲਮਾਨ ਵੱਡਾ ਹੈ, ਨਾ ਕੋਈ ਸਿੱਖ ਹੋਣ ਕਰਕੇ ਵੱਡਾ ਹੈ। ਵੱਡਾ ਉਹ ਹੈ ਜਿਹਦੇ ਕਰਮ ਆਪੋ ਆਪਣੇ ਨੇ। ਇੱਕ ਮੈਂ ਇੱਥੇ ਹੋਰ ਬੇਨਤੀ ਸਾਂਝੀ ਕਰਦਿਆਂ, ਦੁਨੀਆ ਨੂੰ ਸੰਸਾਰ ਨੇ ਵੱਖੋ ਵੱਖਰੇ ਮਤਾਂ ਦੇ ਵਿੱਚ ਵੰਡਿਆ ਹੈ। ਕੋਈ ਕਹਿੰਦਾ ਮੈਂ ਹਿੰਦੂ, ਕੋਈ ਕਹਿੰਦਾ ਮੈਂ ਮੁਸਲਮਾਨ, ਕੋਈ ਕਹਿੰਦਾ ਮੈਂ ਈਸਾਈ, ਕੋਈ ਕਹਿੰਦਾ ਮੈਂ ਸਿੱਖ। ਪਰ ਜਿਹੜਾ ਧਰਮ ਗੁਰੂ ਨਾਨਕ ਦੇ ਘਰ ਨੇ ਲੋਕਾਂ ਨੂੰ ਸਮਝਾਇਆ, ਉਹ ਧਰਮ ਸਭ ਤੋਂ ਉੱਚਾ ਹੈ। ਉਹ ਧਰਮ ਹੈ ਮਨੁੱਖਤਾ ਦਾ। ਉੱਥੇ ਨਾ ਕੋਈ ਹਿੰਦੂ ਹੈ, ਨਾ ਕੋਈ ਮੁਸਲਮਾਨ ਹੈ, ਨਾ ਕੋਈ ਈਸਾਈ ਹੈ। ਜਿਹੜਾ ਦੇਗ ਅਤੇ ਤੇਗ ਦਾ ਸਿਧਾਂਤ ਸਾਨੂੰ ਮਹਾਰਾਜ ਨੇ ਦਿੱਤਾ ਸੀ ਨਾ, ਇਹ ਸਾਡੇ ਵਾਸਤੇ ਸਮਝਣਾ ਅਤੇ ਇਹਨੂੰ ਜੀਵਨ ਦੇ ਵਿੱਚ ਲਾਗੂ ਕਰਨਾ ਬੜਾ ਜ਼ਰੂਰੀ ਸੀ। ਜਿਹੜੀ ਤੇਗ ਸੀ ਖਾਲਸੇ ਦੇ ਹੱਥ ਵਿੱਚ ਫੜੀ, ਇਹ ਮਜ਼ਲੂਮ ਦੀ ਰੱਖਿਆ ਕਰਦੀ ਸੀ, ਉਹ ਭਾਵੇਂ ਕੋਈ ਵੀ ਹੋਵੇ। ਭਾਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਬਰ ਦੇ ਸਾਹਮਣੇ ਖਲੋ ਕੇ ਉਹਨੂੰ ਜਾਬਰ ਤੱਕ ਕਹਿੰਦੇ ਨੇ, ਉਹਨਾਂ ਦੀ ਕੋਈ ਘਰ ਦੀ ਲੜਾਈ ਨਹੀਂ ਸੀ, ਉਹ ਲੋਕਾਂ ਦੀ ਲੜਾਈ ਲੜ ਰਹੇ ਸਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲੋਕਾਂ ਵਾਸਤੇ ਬਾਬਰ ਨੂੰ ਕਹਿ ਰਹੇ ਸਨ, ਤੂੰ ਬਾਬਰ ਨਹੀਂ, ਤੂੰ ਜਾਬਰ ਹੈ, ਤੂੰ ਲੋਕਾਂ 'ਤੇ ਜ਼ੁਲਮ ਕਰ ਰਿਹਾ, ਧੱਕਾ ਕਰ ਰਿਹਾ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਾਧ ਸੰਗਤ ਕਦੀ ਇਤਿਹਾਸ ਪੜ੍ਹ ਕੇ ਵੇਖਿਓ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਹਿਲੀ ਜੰਗ ਭੰਗਾਣੀ ਦੀ ਹੁੰਦੀ ਹੈ, ਅਤੇ ਭੰਗਾਣੀ ਦੀ ਜੰਗ ਵਿੱਚ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਸਾਹਿਬ 'ਤੇ ਹਮਲਾ ਕਰਦੇ ਨੇ। ਅਤੇ ਕਿੱਡੀ ਹੈਰਾਨੀ ਦੀ ਗੱਲ ਹੈ, ਦੂਜੀ ਜੰਗ ਮਹਾਰਾਜ ਦੀ ਨੰਦੌਣ ਦੀ ਧਰਤੀ ਦੀ ਹੁੰਦੀ ਹੈ। ਸੋਹਣ ਸਿੰਘ ਸੀਤਲ ਨੇ ਇੱਕ ਕਿਤਾਬ ਲਿਖੀ ਹੈ, ਮਨੁੱਖਤਾ ਦੇ ਗੁਰੂ ਗੋਬਿੰਦ ਸਿੰਘ। ਉਹਨਾਂ ਨੇ ਉਸ ਕਿਤਾਬ ਦੇ ਵਿੱਚ ਲਿਖਿਆ ਵੀ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਨੁੱਖਤਾ ਦੇ ਗੁਰੂ ਕਿਉਂ ਕਿਹਾ ਜਾਂਦਾ ਹੈ। ਅਤੇ ਉਹਨਾਂ ਨੇ ਉਸ ਪਰਿਭਾਸ਼ਾ ਨੂੰ ਉੱਥੇ ਕਲੀਅਰ ਕੀਤਾ ਹੈ। ਕਹਿੰਦੇ ਪਹਿਲੀ ਜੰਗ ਮਹਾਰਾਜ ਦੀ ਪਹਾੜੀ ਰਾਜਿਆਂ ਨਾਲ ਹੁੰਦੀ ਹੈ, ਜਿਸ ਜੰਗ ਦੇ ਵਿੱਚ ਪਹਾੜੀ ਰਾਜਿਆਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਅਤੇ ਪਹਾੜੀ ਰਾਜੇ ਹਾਰ ਜਾਂਦੇ ਨੇ। ਪਰ ਦੂਜੀ ਜੰਗ ਸਤਿਗੁਰੂ ਪਹਾੜੀ ਰਾਜਿਆਂ ਦੇ ਵਾਸਤੇ ਉਹਨਾਂ ਦੇ ਹੱਕ ਵਿੱਚ ਖੜ ਕੇ ਲੜਦੇ ਨੇ। ਅਤੇ ਕਾਰਨ ਉਹਦਾ ਇਹ ਸੀ, ਲਾਹੌਰ ਦਾ ਸੂਬੇਦਾਰ ਕਹਿੰਦਾ ਸੀ, ਮੈਨੂੰ ਮਾਲੀਆ ਤਾਰੋ, ਮੈਨੂੰ ਹਰਜਾਨਾ ਤਾਰੋ, ਤਾਂ ਮੈਂ ਤੁਹਾਨੂੰ ਰਾਜ ਕਰਨ ਦਾ ਇੱਥੇ ਹੱਕ ਦੇਵਾਂਗਾ, ਨਹੀਂ ਤਾਂ ਤੁਹਾਡੇ 'ਤੇ ਹਮਲਾ ਕਰਕੇ ਮੈਂ ਤੁਹਾਨੂੰ ਉਜਾੜ ਦਿਆਂਗਾ। ਪਹਾੜੀ ਰਾਜੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੋਲ ਆਇਆ, ਆਖਿਆ ਮਹਾਰਾਜ ਸਾਡੀ ਸਹਾਇਤਾ ਕਰੋ, ਸਾਨੂੰ ਲਾਹੌਰ ਦਾ ਸੂਬੇਦਾਰ ਤੰਗ ਕਰਦਾ ਹੈ। ਹੁਣ ਸਤਿਗੁਰੂ ਦੇ ਪਹਿਲੀ ਜੰਗ ਵਿੱਚ ਵੈਰੀ ਨੇ ਅਤੇ ਦੂਜੀ ਜੰਗ ਵਿੱਚ ਫਰਿਆਦੀ ਹੋ ਕੇ ਆਏ ਨੇ। ਪਰ ਕਲਗੀਆਂ ਵਾਲੇ ਪਾਤਸ਼ਾਹ ਜਾਣਦੇ ਸਨ, ਜੇ ਇਹਨਾਂ ਦਾ ਇਹੋ ਜਿਹਾ ਸਿਲਸਿਲਾ ਹੈ ਨਾ, ਇਹਨਾਂ ਨੇ ਵੀ ਲੋਕਾਂ ਦਾ ਖੂਨ ਨਿਚੋੜ ਕੇ ਅਤੇ ਪੈਸਾ ਇਕੱਠਾ ਕਰਨਾ ਹੈ, ਲੋਕਾਂ ਨੂੰ ਪਰੇਸ਼ਾਨ ਕਰਨਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੂਜੀ ਜੰਗ ਪਹਾੜੀ ਰਾਜਿਆਂ ਦੇ ਹੱਕ ਵਿੱਚ ਖਲੋ ਕੇ ਅਤੇ ਲਾਹੌਰ ਦਰਬਾਰ ਦੇ ਵਿਰੋਧ ਵਿੱਚ ਲੜਦੇ ਨੇ। ਇਹ ਸਿਧਾਂਤ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸਿਆ ਸੀ। ਪਹਿਲਾ ਸਿਧਾਂਤ ਸੀ ਤੇਗ ਦਾ ਅਤੇ ਦੂਜਾ ਸੀ ਦੇਗ ਦਾ। ਖਾਲਸੇ ਨੇ ਦੇਗ ਵੰਡਣੀ ਹੈ, ਇਹ ਸਿਧਾਂਤ ਹੈ ਸਿੱਖੀ ਦਾ। ਇਹ ਬੜਾ ਬੇਮਿਸਾਲ ਸਿਧਾਂਤ ਹੈ। ਇਸ ਨਾਲ ਦੀ ਮਿਸਾਲ ਤੁਹਾਨੂੰ ਦੁਨੀਆ ਦੇ ਕਿਸੇ ਦੂਜੇ ਧਰਮ ਵਿੱਚ ਨਹੀਂ ਮਿਲੇਗੀ। ਇਹ ਕੇਵਲ ਵਡਿਆਈ ਖਾਲਸੇ ਦੇ ਅਤੇ ਸਿੱਖਾਂ ਦੇ ਹੱਕ ਵਿੱਚ ਹੀ ਆਈ ਹੈ। ਜਿਹੜਾ ਸਤਿਗੁਰੂ ਨੇ ਦੇਗ ਦਾ ਸਿਧਾਂਤ ਦਿੱਤਾ ਸੀ, ਉੱਥੇ ਇਹ ਨਹੀਂ ਸੀ ਵੇਖਿਆ ਜਾਂਦਾ ਇਸ ਬੰਦੇ ਦਾ ਧਰਮ ਕਿਹੜਾ ਹੈ। ਕੋਈ ਭੁੱਖਾ ਤੁਹਾਡੇ ਦਰ 'ਤੇ ਆਇਆ, ਉਹਦੀ ਪੇਟ ਦੀ ਪੂਰਤੀ ਹੋਏਗੀ। ਕੋਈ ਭੁੱਖਾ ਤੁਹਾਡੇ ਦਰ 'ਤੇ ਆਇਆ, ਉਹ ਰੱਜ ਕੇ ਇੱਥੋਂ ਜਾਏਗਾ। ਸਭ ਤੋਂ ਪਹਿਲਾਂ ਬੰਦੇ ਦਾ ਸਰੀਰ ਤੰਦਰੁਸਤ ਹੋਏਗਾ, ਮਨ ਦੀ ਗੱਲ ਉਸ ਤੋਂ ਬਾਅਦ ਆਏਗੀ। ਜੇ ਪੇਟ ਵਿੱਚ ਹੀ ਕੁਝ ਨਹੀਂ ਅਤੇ ਧਰਮ ਕਾਹਦਾ ਹੋਇਆ ਬੰਦੇ ਦਾ। ਜਿਹੜੇ ਅੱਜ ਸਾਡੇ ਗੁਰਦੁਆਰਿਆਂ ਦੇ ਵਿੱਚ ਨਿਸ਼ਾਨ ਸਾਹਿਬ ਲੱਗੇ ਨੇ, ਇਹ ਇਸ ਗੱਲ ਦਾ ਪ੍ਰਤੀਕ ਸੀ, ਇਸ ਪਿੰਡ ਦੇ ਵਿੱਚ ਕੋਈ ਭੁੱਖਾ ਨਹੀਂ ਸੌਂਏਗਾ। ਜਿਹੜਾ ਵੀ ਲੋੜਵੰਦ ਹੈ, ਨਿਸ਼ਾਨ ਸਾਹਿਬ ਉੱਚਾ ਲੱਗਿਆ ਵੇਖ ਕੇ ਸਾਡੇ ਦਰ 'ਤੇ ਆਵੇ ਅਤੇ ਖਾਲਸਾ ਉਹਦੀਆਂ ਝੋਲੀਆਂ ਭਰਦਾ ਹੈਗਾ। ਇਹ ਖਾਲਸੇ ਦੀ ਵਡਿਆਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਇੱਕ ਬ੍ਰਾਹਮਣ ਫਰਿਆਦੀ ਹੋ ਕੇ ਆਇਆ। ਮਹਾਰਾਜ ਨੇ ਉਸ ਬ੍ਰਾਹਮਣ ਦੀ ਸਹਾਇਤਾ ਵੀ ਕੀਤੀ। ਜੱਸਾ ਸਿੰਘ ਆਹਲੂਵਾਲੀਏ ਦੇ ਕੋਲ ਬ੍ਰਾਹਮਣ ਇਕੱਠੇ ਹੋ ਕੇ ਆਏ, ਸਾਡੀਆਂ ਧੀਆਂ ਭੈਣਾਂ ਦੀ ਰੱਖਿਆ ਕਰੋ। ਸਾਡੀਆਂ ਧੀਆਂ ਭੈਣਾਂ ਇੱਥੋਂ ਦੇ ਜਿਹੜੇ ਹਾਕਮ ਸਨ, ਉਹ ਚੁੱਕ ਕੇ ਲੈ ਗਏ ਨੇ। ਜੱਸਾ ਸਿੰਘ ਆਹਲੂਵਾਲੀਏ ਨੇ ਹੱਥ ਵਿੱਚ ਤੇਗ ਫੜ ਕੇ ਉਹਨਾਂ 2200 ਇਸਤਰੀਆਂ ਨੂੰ ਮੁਗਲਾਂ ਦੀ ਕੈਦ ਵਿੱਚੋਂ ਛੁਡਾ ਕੇ ਅਤੇ ਉਹਨਾਂ ਦੇ ਘਰ ਤੱਕ ਪਹੁੰਚਾਇਆ। ਇਹ ਇਤਿਹਾਸ ਦੀ ਅਹਿਮੀਅਤ ਹੈ। ਇਸ ਕਰਕੇ ਇਤਿਹਾਸ ਸਾਡੇ ਵਾਸਤੇ ਸਮਝਣਾ ਬੜਾ ਜ਼ਰੂਰੀ ਹੈ। ਦੇਗ ਅਤੇ ਤੇਗ ਦੇ ਸਿਧਾਂਤ ਜਿਹੜੇ ਮਹਾਰਾਜ ਨੇ ਦਿੱਤੇ ਸਨ, ਇਹਨਾਂ ਨੂੰ ਸਾਨੂੰ ਵੀ ਅਮਲੀ ਜੀਵਨ ਦੇ ਵਿੱਚ ਉਤਾਰਨਾ ਚਾਹੀਦਾ ਹੈ। ਸਾਡੇ ਲੱਗੇ ਨਿਸ਼ਾਨ
साड़ी गुरुद्वारियां विच बैठदी पंगत, साडे गुरुद्वारियां विच जुड़दी संगत, ये सारियां इस गल दा प्रतीक ने असीं गुरु दी हजूरी विच बैठ के गुरु दी बात नूं साझियां कर सकीए, गुरु दी बात पा सकीए। पर अज असीं किते ना किते साध संगत इतिहास तो अपने तो मुनकर होंदे जा रहे हैं, इतिहास नूं विसारदे जा रहे हैं। जेकर असीं इतिहास विसार दिता ना, जेकर साडे हत्थों इतिहास खुस गया तो आने वालियां पीढ़ियां ने सानू पुछना भी गुरु ग्रंथ साहब तुहाडा गुरु किद्दां है, तो साडे कोल इस गल का जवाब नहीं होएगा, साडे कोल इस गल का जवाब नहीं होएगा। इतिहास साडे वास्ते इन्नी अहमियत रखता है। अज साडे सिर ते दस्तार किद्दां पहुँची गई, इसदा जवाब तुहानूं इतिहास चों मिलेगा। अज साडा गुरु ग्रंथ साहब साडे तक किद्दां पहुँचे, किन्ना हालातां विचों गुरु ग्रंथ साहब सच्चे पातशाह महाराज जी दी बाणी दा प्रकाश सिख दे हिरदे विचों हुंदा होया सिख तक पहुँचे। ये गल्लां सानूं इतिहास ने दसणीਆਂ ने। इन्हां सारियां चीज़ां नूं इतिहास दे राहीं ही सानूं पता लगना है किवें दा सी खालसा राज, किवें दे सी खालसा राज दे प्रबंध। जदों सिखां ने इस धरती ते राज कीता उदों इस धरती ते रहण वाले लोगों का रहण का नमूना की सी, ये गल्लां सानूं इतिहास विचों पता लगणीਆਂ ने। अज साडे तक गुरबाणी पहुँची है, गुरबाणी का एक अपना इतिहास है। गुरु नानक साहब सच्चे पातशाह महाराज इस जगत में आण के थां पुर थां जाके लोगों को समझाया। भगत कबीर साहब जी की, भगत नामदेव जी की, भगत रविदास जी की, भगत त्रिलोचन जी की बाणी नूं इकट्ठियां कीता। ये बाणी का संग्रह साडे तक किद्दां पहुँचा, इस गल की तशबीह सानूं इतिहास विचों मिलेगी। इस गल नूं असीं इतिहास विचों समझना है। इस करके कोई भी कौम है दुनिया ते जिस कौम का इतिहास खत्म हो गया, उस कौम का वजूद बहुता लम्मा समा इस दुनिया ते बाकी नहीं बचता। अज जिन्हां दे कोल मिथिहास है वो भी इतिहास विच उहनूं तब्दील करन दे लगे ने, पर असीं अपने इतिहास नूं भी मिथिहास विच तब्दील करने का जतन किया। आओ जे असी धन गुरु नानक साहब सच्चे पातशाह महाराज जी का प्रकाश पुरब मना रहे हैं तो बड़ी सुहिरदता के नाल उन्हां दी बाणी का प्रकाश, उन्हां दे इतिहास दियां वो सुनहरी यादां, उन्हां दे इतिहास दे वो बेमिसाल साखियां दा जोड़ जिहड़ा अज साडे तक जिन्ना कुछ पहुँचा है, असीं उहनूं अपने जीवन दे विच अमली तौर पर लैके आउण दा यतन करिए। यही उन्हां दे प्रकाश पुरब नूं सब तो वड्डी श्रद्धांजलि होएगी। तां ही साडे मनाए हुए जिहड़े प्रकाश पुरब ने इस तां ही साडे मनाए हुए जिहड़े प्रकाश पुरब ने ये सफल हो सकणगे। जिहड़ी गल भाई गुरदास जी ने अपनियां वारां दे विच कही, भाई गुरदास जी लिखते ने, ज्यों घर सूरज निकलिया तारे छपे अंधेर पलोआ। जिवें सूरज निकलदा है तारे छिप जाते हैं, हनेरा खत्म हो जाता है। इस तरीके नाल गुरु नानक साहब सच्चे पातशाह महाराज इस जगत में सूरज के न्याई चढ़ते हैं तो तारे इस जगत में छुप जाते हैं। वो तारे किहड़े ने, वो अज भी हैगे ने, पर गुरु नानक साहब सच्चे पातशाह महाराज जी की बाणी के प्रकाश ने उन्होंने सारे तारियां का प्रभाव जिहड़ा है वो फिक्का पाउणा है तो पाउंदे रहणगे। इतनियां बेनतियां प्रवान होईयां बेअंत प्रकार दीयां भुलां चुकां दी खिमा वडियाई गुरु दी। जे कोई बोल चंगा लगा होवे गुरु दा जान के हिरदे विच वसाउण दा यतन करना जी। भुलां चुकां मेरियां अंत विच बुलाओ फतेह गज के आखो जी। वाहिगुरू जी का खालसा वाहिगुरू जी की फतेह।